ਸਤਿ ਸ਼੍ਰੀ ਅਕਾਲ। ਲੋਕਰਨ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਵੈਲਕਮ। ਧੰਨਵਾਦ ਜੀ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤਿਆਂ ਦੇ ਰੂਬਰੂ ਕਰਾਇਆ, ਤੁਹਾਡੀ ਬੜੀ ਮਿਹਰਬਾਨੀ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਕੰਮ ਕਾਜਾਂ ਦੇ ਉੱਤੇ। ਹਾਲਾਂਕਿ ਨਵੀਂ ਸਰਕਾਰ ਬਣੀ ਹੈ, ਸਮਾਂ ਕੁਛ ਨਹੀਂ ਹੋਇਆ, ਪਰ ਜੋ ਫੈਸਲੇ ਲਏ ਜਾ ਰਹੇ ਨੇ ਉਹਨਾਂ ਫੈਸਲਿਆਂ ਦੀ ਲੋਕ ਸ਼ਲਾਘਾ ਕਰ ਰਹੇ ਨੇ, ਉਹਨਾਂ ਫੈਸਲਿਆਂ ਨੂੰ ਚੰਗਾ ਗਿਣਿਆ ਜਾ ਰਿਹਾ। ਇੱਕ ਤਾਂ ਜੋ ਪੈਨਸ਼ਨਾਂ ਬੰਦ ਕੀਤੀਆਂ ਨੇ, ਦੂਜਾ ਜੋ ਮੁਆਵਜ਼ਾ ਦਿੱਤਾ ਖਰਾਬੇ ਦਾ। ਦੋ ਗੱਲਾਂ ਤੇ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਜੋ ਇਹ ਫੈਸਲੇ ਨੇ ਲੋਕ ਸ਼ਲਾਘਾ ਕਰ ਰਹੇ ਨੇ, ਚੰਗਾ ਸਮਝ ਰਹੇ ਨੇ। ਧਾਲੀਵਾਲ ਸਾਹਿਬ ਕੀ ਵਿਚਾਰ ਰੱਖਦੇ ਨੇ ਇਹਨਾਂ ਫੈਸਲਿਆਂ ਦੇ ਉੱਤੇ, ਤੇ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਧਾਲੀਵਾਲ ਸਾਹਿਬ, ਉਮੀਦਾਂ ਵੱਡੀਆਂ ਨੇ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ, ਖਾਸ ਕਰਕੇ ਭਗਵੰਤ ਸਿੰਘ ਮਾਨ ਤੋਂ, ਕਿਉਂਕਿ ਭਗਵੰਤ ਮਾਨ ਦੇ ਸੀਐਮ ਫੇਸ ਕਰਕੇ ਪੰਜਾਬ ਦੇ ਇੱਕ ਵੱਡੇ ਵੋਟਰ ਨੇ ਉਹਨਾਂ ਤੇ ਭਰੋਸਾ ਜਤਾਇਆ। ਜੋ ਫੈਸਲੇ ਲਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਸੀਐਮ ਵੱਲੋਂ, ਉਹਨਾਂ ਫੈਸਲਿਆਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ। ਉਹ ਕਹਿੰਦੇ ਕਿ ਹਾਂ, ਅੱਛੇ ਫੈਸਲੇ ਲਏ ਜਾ ਰਹੇ ਹੈ, ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਹੈ, ਸਮੇਂ ਤੇ ਉਹ ਆਪਣੀਆਂ ਡਿਊਟੀਆਂ ਸਾਂਭਦਾ। ਪਰ ਜੋ ਚਲੰਤ ਫੈਸਲੇ ਲਏ ਗਏ ਨੇ, ਇੱਕ ਤਾਂ ਜੋ ਮੁਆਵਜ਼ਾ ਦਿੱਤਾ ਗਿਆ ਖਰਾਬੇ ਦਾ, ਫਸਲਾਂ ਦਾ ਨੁਕਸਾਨ ਹੋ ਗਿਆ ਸੀ ਜੀ। ਦੂਜਾ ਜੋ ਕਹਿੰਦੇ ਕਿ ਇੱਕ ਵਿਧਾਇਕ ਇੱਕ ਪੈਨਸ਼ਨ, ਜ਼ਿਆਦਾ ਨਹੀਂ, ਖਜ਼ਾਨੇ ਤੇ ਬੋਝ ਨਹੀਂ ਪਾਉਣਾ, ਖਜ਼ਾਨਾ ਆਮ ਲੋਕਾਂ ਦੇ ਲਈ ਹੈ, ਨਾ ਕਿ ਵੱਡੇ ਧਨਾਢਾਂ ਦੇ ਲਈ। ਕਿਵੇਂ ਦੇਖਦੇ ਹੋ ਦੋ ਫੈਸਲਿਆਂ ਨੂੰ? ਦੇਖੋ, ਫੈਸਲੇ ਦੋਨੇ ਹੀ ਲੋਕ ਪੱਖੀ ਨੇ, ਲੋਕ ਹਿਤਾਂ 'ਚ ਨੇ ਜੀ। ਪਰ ਜਦੋਂ ਆਪਾਂ ਇਹਨਾਂ ਦੀ ਆਲੋਚਨਾ ਦੇਖਦੇ ਆ ਨਾ, ਕੱਲਾ ਜਦੋਂ ਫੈਸਲਾ ਲੈਣਾ ਹੁੰਦਾ ਹੈ, ਫੈਸਲੇ ਦਾ ਵਿਧਾਨਕ ਪੱਖ ਵੀ ਬੜਾ ਇੰਪੋਰਟੈਂਟ ਹੁੰਦਾ ਹੈ। ਉਹਦੀ ਜਿਹੜੀ ਪ੍ਰਕਿਰਿਆ 'ਚ ਉਹ ਫੈਸਲਾ ਲਿਆ ਜਾਂਦਾ ਹੈ, ਉਹ ਵੀ ਬੜਾ ਇੰਪੋਰਟੈਂਟ ਹੁੰਦਾ ਹੈ। ਇਹ ਦੋਵੇਂ ਫੈਸਲੇ ਜਿਹੜੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇੱਕ ਸੰਕੇਤ ਇਹਦੇ ਨਾਲ ਇਹ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ ਕਿ ਅਸੀਂ ਉਸੇ ਦਿਨ ਤੋਂ ਬਾਅਦ 300 ਯੂਨਿਟ ਮਾਫ, ਆਹ ਚੀਜ਼ਾਂ ਹੋਰ ਇੱਦਾਂ ਦੀਆਂ ਜਿਹੜੀਆਂ ਫਰੀ ਚੀਜ਼ਾਂ, ਲੋਭ ਲਭਾਉਣ ਵਾਲੇ ਜਿਹੜੇ ਵਾਅਦੇ ਕਰਦੀਆਂ ਹੁੰਦੀਆਂ ਨੇ ਸਾਰੀਆਂ ਪਾਰਟੀਆਂ, ਆਮ ਆਦਮੀ ਨੇ ਵੀ ਕੀਤੇ ਸੀ ਜੀ, ਉਹ ਲਾਗੂ ਕਰਾਂਗੇ। ਪਰੰਤੂ ਇਹ ਸੱਚ ਹੈ ਕਿ ਉਹ ਓਵਰਨਾਈਟ ਲਾਗੂ ਨਹੀਂ ਹੁੰਦੇ। ਭਾਵੇਂ ਕਿਹਾ ਜਾਂਦਾ ਹੈ ਕਿ ਅਸੀਂ ਰਾਜ ਭਾਗ ਸੰਭਾਲਣ ਤੋਂ ਬਾਅਦ ਦੂਜੇ ਦਿਨ ਹੀ ਵਾਅਦੇ ਕਰ ਦਿਆਂਗੇ। ਆਪਾਂ ਮੁੱਢਲੇ ਇਹ ਦਿਨਾਂ 'ਚ, ਅਜੇ ਸਰਕਾਰ ਬਣਨ ਤੋਂ ਪਹਿਲਾਂ, ਮੇਰਾ ਖਿਆਲ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਸੀ ਜਿਹਤੇ ਮੈਂ ਇਹ ਕਿਹਾ ਸੀ ਕਿ ਰਾਜ ਸਭਾ ਆਪਦੇ ਆਪ 'ਚ ਬਹੁਤ ਵੱਡਾ ਚੈਲੰਜ ਹੈ, ਉਹ ਮਿਨਿਸਟਰੀ ਨਾਲੋਂ ਵੀ ਵੱਡਾ ਚੈਲੰਜ ਹੈ। ਬਿਲਕੁਲ। ਔਰ ਉਹ ਉਸ ਤਰ੍ਹਾਂ ਹੀ ਸਾਬਤ ਹੋਇਆ। ਸੋ ਇਹ ਜਿਹੜੇ ਫੈਸਲੇ ਨੇ, ਐਦਾਂ ਲੱਗ ਰਿਹਾ ਕਿਤੇ ਕਿਤੇ ਸੰਕੇਤ ਇਹਦਾ ਇਹ ਹੈ ਕਿ ਜਿਵੇਂ ਅਸਲ ਫੈਸਲੇ ਲੈਣ 'ਚ ਕਿਤੇ ਦੇਰੀ ਹੋ ਰਹੀ ਹੈ, ਉਹਨਾਂ ਫੈਸਲਿਆਂ ਤੇ ਪਰਦਾ ਪਾਉਣ ਲਈ ਕੁਝ ਹੋਰ ਫੈਸਲੇ ਤੇਜ਼ੀ ਨਾਲ ਲਏ ਜਾ ਰਹੇ ਨੇ। ਭਾਵੇਂ ਮੈਂ ਇਹ ਕਹਿਣਾ ਕਿ ਇਹ ਦੋਵੇਂ ਫੈਸਲੇ ਜਿਨ੍ਹਾਂ ਦਾ ਤੁਸੀਂ ਵਰਣਨ ਕੀਤਾ, ਵਿਧਾਇਕਾਂ ਦੀ ਪੈਨਸ਼ਨ ਬੰਦ ਕਰਨਾ ਜਾਂ ਕੰਟਰੋਲ ਕਰਨਾ ਕਹਿ ਲਈਏ, ਇਹਨੂੰ ਬੰਦ ਤਾਂ ਪੂਰੀ ਤਰ੍ਹਾਂ ਨਹੀਂ ਹੋਈ ਕਿ ਉਹ ਤੇ ਕੁਛ ਜਿਹੜੀ ਸੀਮਾ ਲਗਾਉਣੀ ਜੀ। ਦੂਸਰਾ, ਜਿਹੜੀ ਗੁਲਾਬੀ ਸੁੰਡੀ ਜਾਂ ਹੋਰ ਫਸਲਾਂ ਦੇ ਖਰਾਬੇ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਉਹਦੇ ਵਿੱਚ ਲੋਕਾਂ ਨੂੰ ਮੁਆਵਜ਼ਾ ਦੇਣਾ, ਤੇ ਇਹਨੂੰ ਦੋਨੇ ਗੱਲਾਂ ਨੂੰ ਆਪਾਂ ਵਿਚਾਰੀਏ। ਦੇਖੋ, ਜਿਹੜਾ ਵਿਧਾਇਕਾਂ ਦਾ ਪੈਨਸ਼ਨ ਬੰਦ ਕੀਤੀ ਹੈ, ਇਹ ਆਮ ਲੋਕਾਂ ਨੂੰ ਇਹ ਗੱਲ ਚੁਭਦੀ ਸੀ ਕਿ ਇਹ ਤਰਕ ਸੰਗਤ ਨਹੀਂ ਹੈ। ਜੇਕਰ ਵਿਧਾਇਕਾਂ ਨੂੰ ਪੈਨਸ਼ਨ ਦੇਣੀ ਵੀ ਹੈ ਜੀ, ਉਹ ਪੈਨਸ਼ਨ ਇੱਕ ਪੈਨਸ਼ਨ ਦਿੱਤੀ ਜਾਵੇ, ਕਿਉਂਕਿ ਵਿਅਕਤੀ ਤਾਂ ਇੱਕੋ ਹੀ ਹੈ ਨਾ। ਜੇ ਉਹ ਵਿਅਕਤੀ, ਮੰਨ ਲਓ, ਪੈਨਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਪੈਨਸ਼ਨ ਜਿਹੜੀ ਦਿੱਤੀ ਜਾਂਦੀ ਹੈ ਕਿਸੇ ਵਿਅਕਤੀ ਦੀ ਲੰਮਾ ਸਮਾਂ ਸੇਵਾਵਾਂ ਜਾਂ ਇੱਕ ਇਹ ਕਹਿ ਲਓ ਕਿ ਕਾਨੂੰਨ ਮੁਤਾਬਕ ਨਿਰਧਾਰਤ ਸਮਾਂ ਸਰਵਿਸ ਕਰਨ ਤੋਂ ਬਾਅਦ ਪੈਨਸ਼ਨ ਦਿੱਤੀ ਜਾਂਦੀ ਹੈ। ਲੇਕਿਨ ਇਹਨਾਂ ਨੇ ਇਹ ਮੰਨ ਲਿਆ ਕਿ ਜਿਹੜੀ MLA 5 ਸਾਲ ਸੇਵਾ ਕਰਦਾ ਉਹ ਵੀ ਸੇਵਾ ਹੈ, ਸਰਵਿਸ ਹੈ। ਜੇ ਉਹ ਸਰਵਿਸ ਹੈ, ਉਹਦੇ ਬਦਲੇ 'ਚ ਇੱਕ ਪੈਨਸ਼ਨ ਦਾ ਕਾਨੂੰਨ ਪਾਸ ਕਰਤਾ ਕਿ ਪੈਨਸ਼ਨ ਦਿੱਤੀ ਜਾਵੇ। ਉਹ ਪੈਨਸ਼ਨ ਨੂੰ ਵੱਖ-ਵੱਖ ਕੋਰਟਾਂ 'ਚ ਸਮੇਂ ਤੇ ਚੈਲੰਜ ਹੋਇਆ, ਤੇ ਕੋਰਟਾਂ ਦੇ ਵਿੱਚ ਲਗਭਗ ਉਹਦਾ ਫੈਸਲਾ ਮੋਟੇ ਰੂਪ 'ਚ ਆਇਆ ਕਿ ਨਹੀਂ, ਵਿਧਾਨ ਸਭਾ ਦੇ ਇਸ ਤਰ੍ਹਾਂ ਦੀ ਕਿਸੇ ਪ੍ਰਕਿਰਿਆ ਨੂੰ, ਬਣਾਏ ਹੋਏ ਕਾਨੂੰਨ ਨੂੰ, ਜਿਹੜੀ ਜੁਡੀਸ਼ਰੀ ਹੈ ਉਹ ਇਸ ਤਰ੍ਹਾਂ ਰੱਦ ਨਹੀਂ ਕਰ ਸਕਦੀ ਜਾਂ ਉਹਦੇ ਵਿੱਚ ਦਖਲ ਨਹੀਂ ਦੇ ਸਕਦੀ, ਜਿਹਦੇ ਕਰਕੇ ਮੰਨ ਲਿਆ ਗਿਆ ਕਿ ਇਹ ਸਾਰੇ ਕਾਨੂੰਨ ਜਿਹੜੇ ਵਿਧਾਨ ਸਭਾ ਨੇ ਬਣਾਏ ਨੇ,
ਇਹਨਾਂ ਦੇ ਵਿੱਚ ਵਿਧਾਨ ਸਭਾ ਹੀ ਕੋਈ ਤਬਦੀਲੀ ਕਰ ਸਕਦੀ ਹੈ। ਹੁਣ ਇਸ ਵਿੱਚ ਵੀ ਤਬਦੀਲੀ ਅਲਟੀਮੇਟਲੀ ਇਹ ਵਿਧਾਨ ਸਭਾ 'ਚ ਜਾ ਕੇ ਹੋਏਗੀ। ਇਸ ਕਾਨੂੰਨ ਦੇ ਵਿੱਚ ਚਾਹੀਦਾ ਇਹ ਸੀ, ਜੇ ਪ੍ਰਕਿਰਿਆ ਨੂੰ ਦੇਖੀਏ, ਪ੍ਰਕਿਰਿਆ ਇਹ ਚਾਹੀਦੀ ਸੀ ਕਿ ਮੁੱਖ ਮੰਤਰੀ ਸਾਹਿਬ ਇਸ ਗੱਲ ਨੂੰ ਕੈਬਨਿਟ 'ਚ ਲੈ ਕੇ ਆਉਂਦੇ, ਬਲਕਿ ਮੈਂ ਤਾਂ ਇਹ ਚਾਹੁੰਦਾ ਕਿ ਰਾਜਨੀਤਿਕ ਤੌਰ ਤੇ ਵੀ ਇਹਦਾ ਫਾਇਦਾ ਹੋਣਾ ਸੀ। ਰਾਜਨੀਤੀ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਦੇ ਹੁੰਦੇ ਨੇ, ਵੱਖ-ਵੱਖ ਪਾਰਟੀਆਂ ਮੁੱਦਿਆਂ ਨੂੰ ਭਣਾਉਂਦੀਆਂ ਹੁੰਦੀਆਂ ਨੇ ਕਿ ਮੁੱਦਿਆਂ ਤੋਂ ਫਾਇਦਾ ਲੈਂਦੀਆਂ ਹੁੰਦੀਆਂ ਨੇ, ਲੰਮਾ ਸਮਾਂ ਉਹਨਾਂ ਦੀ ਡਿਸਕਸ਼ਨ ਹੋਵੇ ਉਹਨਾਂ ਤੇ, ਔਰ ਲੋਕਾਂ ਨੂੰ ਇਸ ਗੱਲ ਤੇ ਰਾਜੀ ਕਰਦੇ ਕਿ ਮੁੱਖ ਮੰਤਰੀ ਬਿਆਨ ਦਿੰਦੇ ਕਿ ਮੇਰੀ ਰਾਏ ਹੈ ਇਹ ਕਿ ਮੈਂ ਕੈਬਨਿਟ 'ਚ ਫੈਸਲਾ ਲੈ ਕੇ ਜਾਊਂਗਾ, ਜੇ ਮੇਰੀ ਕੈਬਨਿਟ ਅਪਰੂਵ ਕਰਦੀ ਹੈ ਫਿਰ ਅਸੀਂ ਇਹ ਫੈਸਲਾ ਅੱਗੇ ਵਿਧਾਨ ਸਭਾ ਦੀ ਫਲੋਰ ਤੇ ਲਿਜਾ ਕੇ ਫਿਰ ਇਹ ਪੈਨਸ਼ਨਾਂ ਬੰਦ ਕਰਾਂਗੇ, ਕਿਉਂਕਿ ਉੱਥੇ ਇਹਨਾਂ ਦੀ ਫੁੱਲ ਮੈਜੋਰਿਟੀ ਹੈ, 2/3 ਤੋਂ ਵੀ ਜ਼ਿਆਦਾ ਮੈਜੋਰਿਟੀ ਹੈ। ਵਿਧਾਨ ਸਭਾ 'ਚ ਕਾਨੂੰਨ ਪਾਸ ਹੋ ਜਾਏਗਾ, ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਪਰੰਤੂ ਇੰਨੀ ਕਾਹਲ ਨਾਲ ਫੈਸਲਾ ਜਿਹੜਾ ਲਿਆ ਜਾਂਦਾ ਹੈ, ਇਹ ਫੈਸਲਾ ਆਮ ਲੋਕਾਂ ਲਈ ਨੁਕਤਾਚੀਨੀ ਦਾ ਵਿਸ਼ਾ ਬਣ ਜਾਂਦਾ ਕਿ ਜਿਹੜਾ ਫੈਸਲਾ ਅਸਲ 'ਚ ਵਿਧਾਨ ਸਭਾ ਨੇ ਕਰਨਾ ਹੈ, ਔਰ ਵਿਧਾਨ ਸਭਾ ਦਾ ਸੈਸ਼ਨ 3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਦੁਬਾਰਾ ਬੁਲਾਉਣਾ ਪੈਣਾ ਹੈ। ਮਤਲਬ ਹੁਣੀ 2-3 ਦਿਨਾਂ ਦਾ ਸੈਸ਼ਨ ਹੋ ਕੇ ਹਟਿਆ, ਜਿਸ ਦੇ ਵਿੱਚ ਵੋਟ ਆਫ ਅਕਾਊਂਟਸ ਕੀਤਾ ਹੈ। ਅਗਲੇ 3 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਬਜਟ ਜਿਹੜਾ ਐਨੂਅਲ ਬਜਟ ਹੈ, ਰੈਗੂਲਰ ਬਜਟ ਹੈ, ਉਹ ਪਾਸ ਕਰਨਾ ਪੈਣਾ ਹੈ। ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਹੀ ਹੋਣਾ ਹੈ, ਤੇ ਉਹ ਵਿਧਾਨ ਸਭਾ ਦੇ ਸੈਸ਼ਨ ਵਿੱਚ ਵੈਸੇ ਹੁਣ ਵੀ ਉਦੋਂ ਹੀ ਲਿਜਾਣਗੇ ਇਹਨੂੰ। ਜੇ ਆਪਾਂ ਇਹ ਕਹਿ ਲਈਏ ਕਿ ਹਾਲੇ ਜੇ ਮੁੱਖ ਮੰਤਰੀ ਜੀ ਨੇ ਇੱਦਾਂ ਕਿਹਾ ਤਾਂ ਇਹ ਅਧਿਆਦੇਸ਼ ਹੋ ਸਕਦਾ, ਇਹ ਕਾਨੂੰਨ ਨਹੀਂ ਹੋ ਸਕਦਾ। ਅਧਿਆਦੇਸ਼ ਜਿਹੜੀ ਹੈ ਕੈਬਨਿਟ ਕੋਈ ਜਾਰੀ ਕਰ ਸਕਦੀ ਹੈ ਤੇ ਉਹਦੀ ਅਪਰੂਵਲ ਵਿਧਾਨ ਸਭਾ 'ਚ ਆਏਗੀ, ਫਿਰ ਉਹ ਪਾਸ ਹੋਏਗਾ। ਜਿਹੜਾ ਕਾਨੂੰਨ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕਦੇ, ਜੇ ਉਹਨੂੰ ਰੱਦ ਕਰਨਾ ਤਾਂ ਰੱਦ ਕਰਨ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਤਾਕਤ ਹੈ ਉਹ ਵੀ ਵਿਧਾਨ ਸਭਾ ਕੋਲੇ ਹੈ। ਸੋ ਇਸ ਕਰਕੇ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਜੀ ਇਹ ਅਨਾਉਂਸ ਕਰ ਦਿੰਦੇ ਕਿ ਅਸੀਂ ਇਸ ਡੇਟ ਤੋਂ ਆਉਣ ਵਾਲੇ ਸਮੇਂ 'ਚ ਇਹ ਕਾਨੂੰਨ ਪਾਸ ਕਰਾਂਗੇ, ਜਿਹਨੂੰ ਅਸੀਂ ਕਹਿੰਦੇ ਰੈਟਰੋਸਪੈਕਟਿਵ, ਕਿ ਮੰਨ ਲਓ ਉਹ ਕਹਿੰਦੇ ਕਿ ਅਸੀਂ ਮਾਰਚ 2022 ਤੋਂ ਪੈਨਸ਼ਨਾਂ ਬੰਦ ਕਰਨ ਦੀ ਤਜਵੀਜ਼ ਰੱਖੀ ਹੈ ਤੇ ਇਹ ਮੁੱਦਾ ਅਸੀਂ ਵਿਧਾਨ ਸਭਾ 'ਚ ਲੈ ਕੇ ਜਾਵਾਂਗੇ। ਜੇ ਵਿਧਾਨ ਸਭਾ ਪਾਸ ਕਰ ਦਿੰਦੀ ਹੈ ਤਾਂ ਇਹ ਰੁਕ ਤਾਂ ਵੀ ਮਾਰਚ ਤੋਂ ਹੀ ਜਾਣੀਆਂ ਸੀ, ਪਰ ਉਹਦੇ ਨਾਲ ਸਿਆਣੇ ਬੰਦਿਆਂ ਨੂੰ, ਸਭ ਨੂੰ, ਕਾਨੂੰਨੀ ਮਾਹਰਾਂ ਨੂੰ ਇਹ ਲੱਗਦਾ ਹੈ ਕਿ ਇਹ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੈ। ਹੁਣ ਕਾਨੂੰਨੀ ਪ੍ਰਕਿਰਿਆ ਤੋਂ ਪਹਿਲਾਂ ਜਿਹੜਾ ਫੈਸਲਾ ਲਿਆ ਜਾਂਦਾ ਹੈ ਉਹ ਇਸ ਤਰ੍ਹਾਂ ਲੱਗਦਾ ਕਿਤੇ ਨਾ ਕਿਤੇ ਕਿ ਇਹ ਫੈਸਲਾ ਕਾਹਲੀ ਵਿੱਚ ਲਿਆ ਗਿਆ ਹੈ। ਇਹ ਤਾਂ ਨਹੀਂ ਮੈਂ ਕਹਿ ਸਕਦਾ ਕਿ ਮੁੱਖ ਮੰਤਰੀ ਜੀ ਨੂੰ ਜਾਂ ਮੁੱਖ ਮੰਤਰੀ ਜੀ ਦੀ ਟੀਮ ਨੂੰ ਇਹਦੀ ਜਾਣਕਾਰੀ ਨਾ ਹੋਵੇ ਕਿ ਫੈਸਲੇ ਕਿਵੇਂ ਲਏ ਜਾਂਦੇ ਨੇ, ਇਹ ਤਾਂ ਸੱਚ ਹੈ। ਸੋ ਇਸ ਕਰਕੇ ਹੁਣ ਕੀ ਹੋਊਗਾ ਕਿ ਇਹਦੇ ਵਿੱਚ ਜਦੋਂ ਐਦਾਂ ਦੇ ਫੈਸਲੇ ਲਏ ਜਾਂਦੇ ਨੇ ਤਾਂ ਜਿਹੜੀ ਬਿਊਰੋਕ੍ਰੇਸੀ ਹੈ ਕਿਤੇ ਨਾ ਕਿਤੇ ਉਹ ਫਿਰ ਇਸ ਤਰ੍ਹਾਂ ਦੇ ਜਿਹੜੀ ਪ੍ਰਕਿਰਿਆ ਕਾਨੂੰਨ ਰਾਹੀਂ ਪੂਰੀ ਨਹੀਂ ਉਤਰਦੀ, ਉਹ ਤੇ ਕਿਤੇ ਨਾ ਕਿਤੇ ਦਸਤਖਤ ਕਰਨ ਤੋਂ ਉਹ ਪੈਰ ਪਿੱਛੇ ਖਿੱਚਦੀ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਵੀ ਕਿਤੇ ਨਾ ਕਿਤੇ ਕੱਲ ਨੂੰ ਜਦੋਂ ਪ੍ਰੋਬਲਮਸ ਆਉਂਦੀਆਂ ਨੇ, ਹੋਰ ਸਰਕਾਰਾਂ ਬਣਦੀਆਂ ਨੇ, ਉਹ ਇਨਕੁਆਇਰੀ ਕਰਾਉਂਦੀਆਂ ਨੇ, ਜਦੋਂ ਇਨਕੁਆਇਰੀ ਹੁੰਦੀ ਹੈ ਤਾਂ ਬਿਊਰੋਕ੍ਰੇਸੀ ਤਾਂ ਉਦੋਂ ਸਰਵਿਸ 'ਚ ਹੁੰਦੀ ਹੈ। ਉਹਨਾਂ ਨੂੰ ਡਰ ਰਹਿੰਦਾ ਵੀ ਕਿਤੇ ਨਾ ਕਿਤੇ ਖਾਮਖਾ ਸਾਡੇ ਤੇ ਕੋਈ ਗਾਜ ਗਿਰੇਗੀ, ਸਾਡੇ ਰਾਹੀਂ ਫਾਈਲਾਂ ਨਿਕਲਦੀਆਂ ਨੇ, ਸਾਡੇ ਦਸਤਖਤਾਂ ਨਾਲ ਬੜਾ ਕੁਝ ਪਾਸ ਹੁੰਦਾ ਹੈ, ਇੰਪਲੀਮੈਂਟ ਹੁੰਦਾ ਹੈ, ਤੇ ਚੰਗਾ ਹੋਵੇ ਕਿ ਉਦੋਂ ਹੀ ਕੀਤਾ ਜਾਵੇ। ਦੂਸਰਾ ਇਹ ਹੁੰਦਾ ਹੈ ਕਿ ਮੰਨ ਲਓ ਆਪਾਂ ਹਾਈਪੋਥੈਟਿਕਲੀ ਕਹਿੰਦੇ ਹਾਂ, ਇਹ ਸੱਚ ਹੈ ਕਿ ਵਿਧਾਨ ਸਭਾ 'ਚ ਪਾਸ ਹੋ ਜਾਣਾ ਹੈ, ਮੰਨ ਲਓ ਵਿਧਾਨ ਸਭਾ 'ਚ ਕਿਸੇ ਵਜ੍ਹਾ ਨਾਲ ਪਾਸ ਨਾ ਹੋਵੇ, ਇਹ ਤਰ੍ਹਾਂ ਰਹਿ ਜਾਣਾ ਫੈਸਲਾ ਇੱਕ। ਤੇ ਜਿਹੜੇ ਪੈਨਸ਼ਨਾਂ ਦੇ ਹੱਕਦਾਰ ਨੇ ਕਾਨੂੰਨ ਮੁਤਾਬਕ, ਤੇ ਉਹਨਾਂ ਨੇ ਇਹ ਕਹਿਣਾ ਹੈ ਕਿ ਜੀ ਸਾਡੇ ਇੰਨੀ ਦੇਰ ਦੇ ਪੈਸੇ ਸਮੇਤ ਵਿਆਜ ਦਿੱਤੇ ਜਾਣ। ਮਤਲਬ ਜਦੋਂ ਇਹ ਕਾਨੂੰਨ ਪਾਸ ਹੀ ਨਹੀਂ ਸੀ ਹੋਇਆ ਤਾਂ ਇਹ ਇੱਦਾਂ ਕਿਉਂ ਕੀਤਾ। ਦੂਸਰਾ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਹ ਅੜਿੱਕੇ ਡਾਉਂਦੀਆਂ ਨੇ, ਜਿਵੇਂ ਇੱਕ ਵੱਡੇ ਨੇਤਾ ਨੇ ਕਹਿ ਦਿੱਤਾ ਗਿਆ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਮੈਂ ਤਾਂ ਪੈਨਸ਼ਨ ਲੈਂਦਾ ਹੀ ਨਹੀਂ, ਉਹ ਕਿਸੇ ਵੱਡੀ ਪਾਰਟੀ ਦੇ ਨੇਤਾ ਨੇ ਕਿ ਮੈਂ ਤਾਂ ਪੈਨਸ਼ਨ ਲੈਣੀ ਹੀ ਨਹੀਂ ਸੀ, ਇਹ ਬੰਦ ਹੋਣੀ ਚਾਹੀਦੀ ਸੀ। ਹਾਲਾਂਕਿ ਜੇਕਰ ਇਹਨੂੰ ਲੰਮਾ ਸਮਾਂ ਰਿੜਕਦੇ ਇਹ ਤਾਂ ਹੁਣ ਉਹ ਨੇਤਾ ਨੂੰ ਪੁੱਛਿਆ ਹੀ ਜਾਂਦਾ ਕਿ ਫਿਰ ਜੀ ਤੁਹਾਡੀ ਸਰਕਾਰ 'ਚ ਤੁਸੀਂ ਕਿਉਂ ਨਹੀਂ ਇਹ ਕੀਤੀ ਬੰਦ, ਜੇ ਤੁਸੀਂ ਇਹਦੇ ਹੱਕ 'ਚ ਨਹੀਂ ਸੀ, ਤੁਸੀਂ 10 ਸਾਲ ਲਗਾਤਾਰ ਸਟੇਟ ਦੇ ਮੁੱਖ ਮੰਤਰੀ ਰਹੇ, ਤੇ ਫਿਰ ਤੁਸੀਂ ਇਹ ਰੈਗੂਲੇਸ਼ਨ ਕਿਉਂ ਨਹੀਂ ਲੈ ਕੇ ਆਂਦਾ।
ਤੁਹਾਡੇ ਸਮੇਂ ਤਾਂ ਵਧਾਈਆਂ ਗਈਆਂ ਨੇ ਬਲਕਿ ਪੈਨਸ਼ਨਾਂ, ਕਈ ਮੁੱਖ ਮੰਤਰੀਆਂ ਦੇ ਸਮੇਂ ਤਾਂ ਪਹਿਲਾਂ ਨਾਲੋਂ ਵਧੀਆਂ ਵੀ ਨੇ ਨਾ। ਬਿਲਕੁਲ ਵਧੀਆ ਨੇ। ਇੱਕ ਦੂਜਾ, ਜਿਹੜੇ ਇੱਕ ਹੋਰ ਨੇਤਾ ਦਾ ਬਿਆਨ ਆਉਂਦਾ ਹੈ ਕਿ ਜੀ ਅਸੀਂ ਤਾਂ ਜਿਹੜੀ ਇੱਕ ਵਾਰੀ ਵੀ ਦਿੱਤੀ ਹੈ ਉਹਦੇ ਵੀ ਹੱਕ 'ਚ ਨਹੀਂ। ਠੀਕ ਹੈ ਕਿ ਨਹੀਂ? ਹੁਣ ਇਹ ਹੈ ਕਿ ਹਾਲਾਂਕਿ ਚਾਹੇ ਉਹਨਾਂ ਦੀ ਪਾਰਟੀ ਪਹਿਲਾਂ ਪੈਨਸ਼ਨਾਂ ਦਿੰਦੀ ਰਹੀ ਹੈ, ਪਰ ਉਹ ਇਸ ਪਾਰਟੀ ਦੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਲਈ ਜਿਹੜੀਆਂ ਮਾਨਸਿਕ ਤੌਰ ਤੇ ਜਾਂ ਪਰਸੈਪਸ਼ਨ ਡਿਵੈਲਪ ਕਰਨ ਦੇ ਵਿੱਚ ਐਦਾਂ ਦੀਆਂ ਪ੍ਰੋਬਲਮਸ ਖੜੀਆਂ ਕਰਨਗੀਆਂ, ਕਿਉਂਕਿ ਜੇ ਪਾਰਟੀ ਉਹਨਾਂ ਨਾਲ ਅਗਲਾ ਪ੍ਰੋਗਰਾਮ ਦਿੰਦੀ ਹੈ ਪਾਰਟੀ ਤਾਂ ਫਸਦੀ ਹੈ ਨਾ। ਹੁਣ ਇਹਦੇ ਵਿੱਚ ਚੰਗਾ ਹੁੰਦਾ, ਕਿਉਂਕਿ ਪਾਸ ਤਾਂ ਹੋ ਹੀ ਜਾਣਾ ਸੀ, ਜੇਕਰ ਇਹਨੂੰ ਰਾਜਨੀਤਿਕ ਸਿਆਣਪ ਨਾਲ ਲਾਗੂ ਕਰਦੇ ਮੁੱਖ ਮੰਤਰੀ ਤਾਂ ਚੰਗਾ ਇਹ ਹੁੰਦਾ। ਉਹ ਕਹਿੰਦੇ ਕਿ ਮੈਂ ਆਲ ਪਾਰਟੀ ਮੀਟਿੰਗ ਬੁਲਾਈ ਹੈ, ਆਲ ਪਾਰਟੀ ਮੀਟਿੰਗ ਦੇ ਵਿੱਚ ਮੈਂ ਆਹ ਮੁੱਦਾ ਰੱਖਿਆ ਕਿ ਪੈਨਸ਼ਨ ਹੈ ਜਿਹੜੀ ਉਹ ਤਰਕਸੰਗਤ ਹੋਣੀ ਚਾਹੀਦੀ ਹੈ, ਇੱਕ ਪੈਨਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜਾ ਇੱਕ ਵਿਅਕਤੀ ਦਾ ਜੀਵਨ ਹੈ, ਪੈਨਸ਼ਨ ਉਹਦਾ ਉਦੋਂ ਰਿਟਾਇਰ ਹੋਣ ਤੋਂ ਬਾਅਦ ਦਾ ਜੀਵਨ ਚੰਗਾ ਜਿਉਣ ਲਈ ਦਿੱਤੀ ਜਾਂਦੀ ਹੈ। ਇਹ ਕਿਵੇਂ ਹੋ ਸਕਦਾ? ਇੱਕ ਵਿਅਕਤੀ ਦਾ ਜੀਵਨ ਤਾਂ ਇੱਕੋ ਵਿਅਕਤੀ ਦਾ ਜੀਵਨ ਹੈ ਨਾ। ਮੰਨ ਲਓ ਇੱਕ ਐਮਐਲਏ ਇੱਕ ਵਾਰੀ ਰਿਹਾ, ਉਹਦਾ ਵੀ ਜੀਵਨ ਹੈ ਕਿ ਉਹਨੇ ਜੀਵਨ ਕਿੱਦਾਂ ਕੱਟਣਾ ਹੈ। ਜੇ ਉਹੀ ਬੰਦਾ 8 ਵਾਰੀ ਐਮਐਲਏ ਰਿਹਾ, ਕੀ ਉਹਦਾ ਜੀਵਨ ਜ਼ਿਆਦਾ ਮਹਿੰਗਾ ਹੋ ਜਾਏਗਾ ਫਿਰ? ਜਾਂ ਉਹਦੇ ਮੈਡੀਕਲ ਬਿੱਲ ਹੋਰ ਹਸਪਤਾਲ ਦੇ ਚਾਹੀਦੇ ਨੇ, ਜਾਂ ਉਹਨੂੰ ਉਹ ਜ਼ਿਆਦਾ ਰੋਟੀ ਖਾਂਦਾ ਹੈ, ਜਾਂ ਉਹਦੇ ਰਹਿਣ ਸਹਿਣ ਦਾ ਖਰਚਾ ਉਹ 2 ਕਮਰਿਆਂ 'ਚ ਸੌਂਦਾ ਹੈ, ਜਾਂ ਉਹਨੂੰ 8 ਗੱਡੀਆਂ ਚਾਹੀਦੀਆਂ ਨੇ। ਮਤਲਬ ਇਹ ਤਰਕਸੰਗਤ ਹੈ ਹੀ ਨਹੀਂ ਕਿਸੇ ਵੀ ਤਰ੍ਹਾਂ। ਮਤਲਬ ਜਿਹੜਾ ਜੀਵਨ ਉਹਨੂੰ ਜਿਉਣ ਲਈ ਆ ਉਹ ਇੱਕ ਆਦਮੀ ਹੈ, ਜਿਹੜਾ ਇੱਕ ਆਦਮੀ ਤਾਂ ਇੱਕੋ ਹੀ ਆਦਮੀ ਹੈ, ਚਾਹੇ ਉਹ 8 ਵਾਰੀ ਐਮਐਲਏ ਰਹਿ ਜੇ, ਚਾਹੇ ਉਹ 5 ਵਾਰੀ ਰਹਿ ਜੇ, ਚਾਹੇ 3 ਵਾਰੀ ਰਹਿ ਜੇ। ਸੋ ਇਸ ਕਰਕੇ ਚੰਗਾ ਹੁੰਦਾ ਕਿ ਇਹ 'ਚ ਵੱਖ-ਵੱਖ ਪਾਰਟੀਆਂ ਨੂੰ ਫਿਕਸ ਕਰਦੇ ਮੁੱਖ ਮੰਤਰੀ ਜੀ, ਉਹਨਾਂ ਨੂੰ ਪੁੱਛਦੇ ਕਿ ਦੱਸੋ ਜੀ ਤੁਹਾਡੀ ਕੀ ਓਪੀਨੀਅਨ ਹੈ। ਸਗੋਂ ਉਹਨਾਂ ਨੂੰ ਫਿਕਸ ਕਰਕੇ ਫਸਾ ਕੇ ਜੇ ਕੋਈ ਪਾਰਟੀ ਐਦੋਂ ਵਿਰੁੱਧ ਰਾਏ ਦਿੰਦੀ ਤਾਂ ਉਸ ਪਾਰਟੀ ਦੀ ਪਬਲਿਕ ਦੇ ਵਿੱਚ ਇਮੇਜ ਜਿਹੜੀ ਖਰਾਬ ਹੋਣੀ ਸੀ ਤੇ ਆਮ ਆਦਮੀ ਪਾਰਟੀ ਦੀ ਸੁਧਰਨੀ ਸੀ। ਤਾਂ ਫਿਰ ਇਸ ਤਰ੍ਹਾਂ ਕਿਉਂ ਨਹੀਂ ਕੀਤਾ? ਮੈਨੂੰ ਫਿਰ ਇਹੀ ਲੱਗਦਾ ਕਿ ਕੁੱਲ ਮਿਲਾ ਕੇ ਉਹਨਾਂ ਨੇ ਇਹ ਮੁੱਦੇ ਨੂੰ ਇਹ ਸਮਝਿਆ ਕਿ ਇਹ ਮੁੱਦਾ ਬਹੁਤ ਵਾਹਵਾ ਖੱਟਣ ਵਾਲਾ ਹੈ, ਤੇ ਜੇਕਰ ਇਸ ਮੁੱਦੇ ਤੇ ਡਿਸਕਸ਼ਨ ਚਰਚਾ ਸ਼ੁਰੂ ਹੋਏਗੀ ਤਾਂ ਹੋਰ ਮੁੱਦਿਆਂ ਤੋਂ ਚਰਚਾ ਸ਼ਾਇਦ ਹਟ ਜਾਏਗੀ। ਜੇ ਆਪਾਂ ਕਹੀਏ ਕਿ ਚਰਚਾ ਚੱਲ ਰਹੀ ਹੈ ਰਾਜ ਸਭਾ ਦੇ ਮੈਂਬਰਾਂ ਤੇ, ਕਿ ਉਹਨਾਂ ਨੇ ਇੱਕ ਹੋਰ ਬੰਬਸ਼ੈਲ ਸਿੱਟਿਆ ਕਿ ਉਸ ਤੋਂ ਚਰਚਾ ਹਟ ਗਏ, ਆਪਾਂ ਚਰਚਾ ਦਾ ਮੋੜਾ ਇੱਧਰ ਪਾ ਦਈਏ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਮੁੱਖ ਮੰਤਰੀ ਜੀ ਨੇ ਬਹੁਤ ਅੱਛਾ ਕੰਮ ਕੀਤਾ। ਹਾਲਾਂਕਿ ਇਹ ਸੱਚ ਹੈ ਕਿ ਇਹ ਕੰਮ ਬਹੁਤ ਅੱਛਾ ਹੈ, ਪਰੰਤੂ ਇਹ ਕੰਮ ਦਾ ਰਾਜਨੀਤਿਕ ਤੌਰ ਤੇ ਲਾਹਾ ਲੈਣਾ ਜਿਹੜਾ, ਉਹ ਜਿਹੜੀ ਭਾਵਨਾ ਹੈ, ਉਹ ਜਿਹੜੀ ਵਧੀਆ ਭਾਵਨਾ ਨੂੰ ਓਵਰਸ਼ੈਡੋ ਕਰ ਰਹੀ ਹੈ, ਉਹਨੂੰ ਛੁਪਾ ਰਹੀ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਇਹ ਜਿਹੜਾ ਫੈਸਲਾ ਹੈ ਇਹ ਚੰਗਾ ਫੈਸਲਾ, ਪਰ ਲਿਆ ਹੋਇਆ ਕਾਲੀ 'ਚ ਹੈ। ਉਹ ਕਾਲੀ ਇਸ ਕਰਕੇ ਅੱਜ ਦੀ ਘੜੀ ਹੋ ਸਕਦਾ ਇਹਦੇ ਪਿੱਛੇ ਕੋਈ ਹੋਰ ਕਾਰਨ ਹੋਣ, ਪਰੰਤੂ ਇਹਦੇ ਵਿੱਚ ਗੱਲਾਂ ਦੋ ਹੀ ਲੱਗਦੀਆਂ ਨੇ। ਜਿਹੜੇ ਇੱਕਦਮ ਕਿਰਕਰੀ ਹੋ ਰਹੀ ਹੈ ਸਰਕਾਰ ਦੀ, ਉਹ ਇਮੀਡੀਏਟ 2 ਵਿਸ਼ਿਆਂ ਤੇ ਬਹੁਤ ਨੁਕਤਾਚੀਨੀ ਹੋ ਰਹੀ ਹੈ, ਬਾਹਰੋਂ ਵੀ ਅੰਦਰੋਂ ਵੀ। ਮਤਲਬ ਉਹ ਤੇ ਬਾਹਰੋਂ ਭਾਵ ਪੱਤਰਕਾਰਾਂ ਤੋਂ, ਵੱਖ-ਵੱਖ ਪਾਰਟੀਆਂ ਤੋਂ ਉਹ ਹੋ ਰਹੀ ਹੈ ਬਹੁਤ ਵੱਡੀ ਨੁਕਤਾਚੀਨੀ। ਇੱਕ ਗੱਲ ਤੇ ਹੋ ਰਹੀ ਹੈ ਕਿ ਜੀ ਦੇਖੋ, ਇੱਕ ਤੇ ਜਿਹੜੀ ਆ ਸਰਕਾਰ ਦੀ ਰਾਜ ਸਭਾ 'ਚ ਮੈਂਬਰ ਭੇਜੇ, ਦੂਜੀ ਨੁਕਤਾਚੀਨੀ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਜੀ ਜਦੋਂ ਤੁਸੀਂ ਸਕੀਮਾਂ ਅਨਾਉਂਸ ਕਰੀਆਂ ਨੇ, ਲੋਕਾਂ ਨੂੰ ਜਿਹੜੀਆਂ ਚੀਜ਼ਾਂ ਫਰੀ ਦੇਣ ਲਈ ਕੀਤੀਆਂ ਨੇ, ਫਿਰ ਤੁਸੀਂ 1 ਲੱਖ ਕਰੋੜ ਕੇਂਦਰ ਸਰਕਾਰ ਤੋਂ ਕਿਉਂ ਮੰਗਦੇ ਹੋ? ਫਿਰ ਤੁਸੀਂ ਆਪਣਾ ਬਜਟ ਕ੍ਰੀਏਟ ਕਰੋ ਤੇ ਆਪਣੇ ਕੋਲੋਂ ਜਿਵੇਂ ਅਨਾਉਂਸ ਕਰੀਆਂ ਨੇ, ਜਾਂ ਤੁਸੀਂ ਉਦੋਂ ਕਹਿਣਾ ਸੀ ਕਿ ਜੇਕਰ ਸਾਨੂੰ ਕੇਂਦਰ ਸਰਕਾਰ ਇੰਨੇ ਪੈਸੇ ਦੇ ਦੂਗਾ ਫਿਰ ਅਸੀਂ ਆਹ ਚੀਜ਼ਾਂ ਫਰੀ ਦੇਵਾਂਗੇ। ਸੋ ਉਹਨਾਂ ਨੇ ਸਿਆਸਤ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਗੱਲ 'ਚ ਇਹ ਲੱਗ ਰਿਹਾ ਹੈ ਕਿ ਇਹ ਜਿਹੜੀ ਸਿਆਸਤ ਹੈ ਇਹ ਉਹਨੂੰ ਢੱਕਣ ਲਈ ਕੀਤੀ ਜਾ ਰਹੀ ਹੈ। ਜਿਹੜੀ ਪਾਰਟੀ ਦੇ ਅੰਦਰੋਂ ਪ੍ਰੋਬਲਮ ਆ ਰਹੀ ਹੈ, ਅੰਦਰੋਂ ਇਹ ਪ੍ਰੋਬਲਮ ਆ ਰਹੀ ਹੈ, ਗਾਹੇ ਬਗਾਹੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਐਮਐਲਏ ਭਾਵੇਂ ਸਿੱਧੀ ਬਗਾਵਤ ਨਹੀਂ ਕਰਦਾ, ਪਰ ਮਿਨਿਸਟਰੀਆਂ ਦੇ ਕੇਸ 'ਚ ਉਹ ਕੋਈ ਨਾ ਕੋਈ, ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਹਲਕੀ ਕੰਕਰ ਮਾਰਨੀ, ਇਸ ਤਰ੍ਹਾਂ ਦਾ ਛੇੜਾ ਜ਼ਰੂਰ ਛੇੜਦੇ ਨੇ। ਉਹ ਪਹਿਲਾਂ ਵੀ 1-2 ਐਮਐਲਏ ਵੱਲੋਂ ਇਹੋ ਜਿਹੀ ਭਾਵਨਾ ਆਈ ਹੈ, ਅੱਜ ਫੇਰ ਕਾਫੀ ਚੱਲ ਰਹੀ ਹੈ ਵਿਚਾਰ ਚਰਚਾ ਕਿ ਇੱਕ ਕਿਸੇ ਐਮਐਲਏ ਨੇ ਫੇਰ ਕਿਹਾ ਕਿ ਜਿਹੜੀ ਖਾਮੋਸ਼ੀ ਹੈ ਉਹਦਾ ਵੀ ਕੋਈ ਕਾਰਨ ਹੁੰਦਾ ਹੈ, ਉਹ ਵੀ ਕੋਈ ਮੀਨਿੰਗ ਰੱਖਦੀ ਹੈ।
ਭਾਵੇਂ ਉਹ ਤੋਂ ਮੁੱਕਰ ਜਾਂਦੇ ਨੇ ਐਮਐਲਏ ਗੱਲ ਕਹਿ ਕੇ, ਪਰੰਤੂ ਇਹ ਸੰਕੇਤ ਜ਼ਰੂਰ ਦਿੰਦਾ ਕਿ ਪਾਰਟੀ ਦੇ ਵਿੱਚ ਵੀ ਜਿਸ ਉਤਸ਼ਾਹ ਨਾਲ ਲੋਕਾਂ ਨੇ ਵੋਟਾਂ ਪਾਈਆਂ ਨੇ, ਲੋਕਾਂ ਨੇ ਉਸ ਉਤਸ਼ਾਹ ਨਾਲ ਸਰਕਾਰ ਬਣਨ ਦਾ ਸਵਾਗਤ ਕੀਤਾ ਹੈ, ਪਰੰਤੂ ਪਾਰਟੀ ਦੇ ਵਿੱਚੋਂ ਉਸੇ ਉਤਸ਼ਾਹ ਨਾਲ ਲੋਕਾਂ ਦੇ ਕੰਮਾਂ ਵੱਲ ਧਿਆਨ ਦੇਣ ਦੀ ਬਜਾਏ ਕਿਤੇ ਨਾ ਕਿਤੇ ਕੰਕਰ ਮਾਰੀ ਜਾ ਰਹੀ ਹੈ, ਜਿਸ ਦੇ ਨਾਲ ਪਾਰਟੀ ਦੀ ਕਿਰਕਿਰੀ ਹੁੰਦੀ ਹੈ। ਸੋ ਇਹ ਜਿਹੜਾ ਫੈਸਲਾ ਹੈ, ਫਿਰ ਮੈਂ ਦੁਬਾਰਾ ਇਹੀ ਕਹੂੰਗਾ ਕਿ ਫੈਸਲਾ ਲੋਕ ਪੱਖੀ ਹੈ, ਫੈਸਲਾ ਤਰਕ ਸੰਗਤ ਹੈ, ਪਰੰਤੂ ਇਸ ਦਾ ਇਸ ਤੋਂ ਵੀ ਜ਼ਿਆਦਾ ਰਾਜਨੀਤਿਕ ਲਾਭ ਲਿਆ ਜਾ ਸਕਦਾ ਸੀ ਜੇ ਇਹ ਫੈਸਲੇ ਨੂੰ ਹੋਰ ਸਿਆਣਪ ਨਾਲ ਲਾਗੂ ਕੀਤਾ ਜਾਂਦਾ। ਹੁਣ ਆਪਾਂ ਗੱਲ ਕਰੀਏ, ਦੂਸਰਾ ਸਵਾਲ ਤੁਹਾਡਾ ਕੀ ਸੀ? ਦੂਸਰਾ ਸਵਾਲ ਸੀ ਕਿ ਜੋ ਮੁਆਵਜ਼ਾ ਦਿੱਤਾ ਗਿਆ ਜੀ, ਉਤੇ ਭਗਵੰਤ ਮਾਨ ਨੇ ਫੈਸਲਾ ਲਿਆ। ਹਾਲਾਂਕਿ ਜੋ ਪਿਛਲੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਬੋਰਡ ਲਾਤੇ ਸੀ ਧਾਲੀਵਾਲ ਸਾਹਿਬ ਕਿ ਅਸੀਂ ਮੁਆਵਜ਼ਾ ਸਾਰਾ ਦੇ ਤੱਕ ਕਿਸਾਨਾਂ ਨੂੰ ਜਿੰਨਾ ਸਾਡਾ ਬਣਦਾ ਸੀ ਮੁਆਵਜ਼ਾ ਹੁਣ ਦਿੱਤਾ ਗਿਆ। ਆਮ ਆਦਮੀ ਪਾਰਟੀ ਦਾ ਨਾਰਾ ਵੀ ਹੈ ਕਿ ਗਿਰਦਾਵਰੀਆਂ ਬਾਅਦ ਚ, ਪਹਿਲਾਂ ਅਸੀਂ ਮੁਆਵਜ਼ਾ ਦੇਵਾਂਗੇ। ਕਿਸਾਨੀ ਦੇ ਸੰਦਰਭ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਬਾਅਦ ਤੁਰੰਤ ਇਹੋ ਜਿਹੇ ਫੈਸਲੇ ਲਏ ਜਾਣੇ ਕਿਵੇਂ ਦੇਖੀਏ? ਫਿਰ ਮੈਂ ਉਸੇ ਗੱਲ ਤੇ ਆਉਣਾ ਜੋ ਕੁਛ ਮੈਂ ਪਹਿਲਾਂ ਕਿਹਾ ਹੈ। ਦੇਖੋ, ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਦੇਣਾ, ਮੁਆਵਜ਼ੇ ਦਾ ਮਤਲਬ ਆਪਾਂ ਇਹ ਕਹਿੰਦੇ ਵੀ ਕਿਸੇ ਵਜ੍ਹਾ ਨਾਲ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋ ਗਿਆ, ਉਹ ਨੁਕਸਾਨ ਦੀ ਭਰਪਾਈ ਕਰਨੀ ਹੈ। ਉਹ ਭਰਪਾਈ ਜਿਹੜੀ ਕਰਨੀ ਹੈ, ਉਹਦਾ ਜਿਹੜਾ ਮੁਆਵਜ਼ਾ ਸ਼ਬਦ ਕਹਿੰਦੇ ਆ ਕਿ ਉਹ ਦੇਣਾ ਹੈ, ਤਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਕੋਈ ਗਿਣਤੀ ਮਿਣਤੀ ਆਪਾਂ ਕਰਾਂਗੇ ਜਾਂ ਨਹੀਂ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਜਿਹੜੀ ਬਿਊਰੋਕ੍ਰੇਸੀ ਹੈ ਜਿਹਨੇ ਉਹ ਐਗਜ਼ੀਕਿਊਟ ਕਰਨਾ ਹੈ, ਸਰਕਾਰ ਨੇ ਸੈਂਕਸ਼ਨ ਕਰਤਾ ਕਿ ਇੰਨਾ ਪੈਸਾ ਵੰਡਣਾ ਹੈ, ਉਹ ਪੈਸਾ ਸੈਕਟਰੀ ਰੈਵਨਿਊ ਦੇ ਰਾਹੀਂ, ਸੈਕਟਰੀ ਮਾਲ ਵਿਭਾਗ ਦੇ ਰਾਹੀਂ, ਤਹਿਸੀਲਦਾਰ ਡੀਸੀਆਂ ਦੇ ਰਾਹੀਂ, ਪਟਵਾਰੀਆਂ ਦੇ ਰਾਹੀਂ ਹੁੰਦਾ ਹੋਇਆ ਕਿਸਾਨਾਂ ਕੋਲ ਚਲਿਆ ਗਿਆ। ਜੇ ਆਪਾਂ ਉਹ ਪੈਸਾ ਗਿਰਦਾਵਰੀਆਂ ਬਾਅਦ ਚ ਪੈਸਾ ਪਹਿਲਾਂ ਵੰਡਦਾ, ਕੀ ਇਸ ਗੱਲ ਦੀ ਗਰੰਟੀ ਹੈ ਕਿ ਸਾਰਿਆਂ ਨੂੰ ਜਿੰਨਾ ਪੈਸਾ ਜਿਹਦਾ ਬਣਦਾ ਉਨਾ ਹੀ ਜਾਊਗਾ ਉਹਦੇ ਕੋਲ? ਕਿਉਂਕਿ ਉਹਦਾ ਪੈਮਾਨਾ ਕੀ ਹੈ? ਮਤਲਬ ਮੰਨ ਲਓ ਸਾਡੇ ਕੋਲੇ ਇੱਕ ਕਿਸਾਨ ਕੋਈ ਵੀ ਹੈ, ਉਹ ਕਿਸਾਨ ਨੂੰ ਕਿੰਨਾ ਮੁਆਵਜ਼ਾ ਦੇਣਾ ਹੈ, ਇਹ ਕਿਵੇਂ ਤੈਅ ਹੋਊਗਾ? ਉਹਦੇ 4 ਏਕੜ ਮਰੇ ਨੇ, ਉਹਦੇ 5 ਏਕੜ ਮਰੇ ਨੇ, ਉਹਦਾ 20% ਨੁਕਸਾਨ ਹੋਇਆ ਹੈ, ਉਹਦਾ 30% ਨੁਕਸਾਨ ਹੋਇਆ ਹੈ, ਉਹਦਾ 50% ਨੁਕਸਾਨ ਹੋਇਆ ਹੈ। ਕੋਈ ਨਾ ਕੋਈ ਮਾਪਦੰਡ ਬਣਾਉਣਾ ਪਏਗਾ ਮੇਜ਼ਰ ਕਰਨ ਲਈ ਕਿ ਨਹੀਂ। 20% ਦਾ ਕਿੰਨਾ ਨੁਕਸਾਨ ਦੇਣਾ ਹੈ, 50% ਦਾ ਕਿੰਨਾ ਨੁਕਸਾਨ ਦੇਣਾ ਹੈ, 8 ਕਿੱਲਿਆਂ ਦਾ ਕਿੰਨਾ ਦੇਣਾ ਹੈ, 4 ਕਿੱਲਿਆਂ ਦਾ ਕਿੰਨਾ ਦੇਣਾ ਹੈ, 5 ਕਿੱਲਿਆਂ ਦਾ ਕਿੰਨਾ ਦੇਣਾ ਹੈ, ਜਾਂ ਐਦਾਂ ਹੀ ਆਪਾਂ ਮਤਲਬ ਪਹਿਲਾਂ ਹੀ ਉਹਨਾਂ ਨੂੰ ਐਡਵਾਂਸ ਦੇ ਦਈਏ? ਕੀ ਹੋਏਗਾ ਇਹਦੇ ਵਿੱਚ? ਇਹ ਤਾਂ ਫਿਰ ਮਤਲਬ ਉਹ ਇਹੀ ਹੋ ਗਿਆ ਵੀ ਜਿਵੇਂ ਆਪਾਂ ਪ੍ਰੀਪੇਡ ਦੀ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਪਹਿਲਾਂ ਹੀ ਮੁਆਵਜ਼ੇ ਦੇ ਪੈਸੇ ਦੇ ਦਿਓ, ਜਿੰਨਾ ਜਿੰਨਾ ਖਰਾਬਾ ਹੋਊਗਾ ਉਹ ਕੱਟ ਕੇ ਬਾਕੀ ਦੇ ਵਾਪਸ ਮੁੜਾ ਲਿਓ। ਫਿਰ ਅਲਟੀਮੇਟਲੀ ਜਿਹੜੀ ਗਿਰਦਾਵਰੀ ਹੈ, ਗਿਰਦਾਵਰੀ ਕੀ ਹੈ? ਗਿਰਦਾਵਰੀ ਉਹ ਪਮਾਇਸ਼ ਹੈ, ਉਹ ਮੇਜ਼ਰਮੈਂਟ ਹੈ, ਉਹ ਗਿਣਤੀ ਮਿਣਤੀ ਹੈ, ਜਿਹਦੇ ਵਿੱਚ ਆਪਾਂ ਨੂੰ ਇਹ ਪਤਾ ਲੱਗੇ ਕਿ ਇਹ ਕਿਸਾਨ ਦੇ 5 ਏਕੜ ਖਰਾਬ ਹੋਏ ਨੇ, ਇਹ ਕਿਸਾਨ ਦੇ 3 ਏਕੜ ਹੋਏ ਨੇ, ਇਹਦੇ 50% ਖਰਾਬਾ ਹੋਇਆ ਹੈ, ਇਹਦਾ 70% ਹੋਇਆ ਹੈ, ਉਹਦੇ ਮੁਤਾਬਕ ਹੀ ਵੰਡਾਂਗੇ ਜਾਂ ਕਿਵੇਂ ਵੰਡਾਂਗੇ? ਮਤਲਬ ਇਹ ਗਿਣਤੀ ਮਿਣਤੀ ਤੋਂ ਬਿਨਾਂ ਇਹ ਹੁਣ ਇਹਨਾਂ ਨੇ ਕਹਿ ਤਾਂ ਦਿੱਤਾ ਕਿ ਗਿਰਦਾਵਰੀ ਬਾਅਦ ਚ, ਮੁਆਵਜ਼ਾ ਪਹਿਲਾਂ। ਮਤਲਬ ਇਹ ਮੈਨੂੰ ਨਹੀਂ ਸਮਝ ਲੱਗਦੀ। ਜਾਂ ਤਾਂ ਦੇਖੋ ਆਪਾਂ ਕੋਈ ਰਫ ਆਈਡੀਆ ਲੈ ਲਈਏ ਕਿ ਦੇਖੋ ਆਪਾਂ ਨੇ ਕੀ ਕੀਤਾ ਜੀ ਕਿ ਸਾਡੇ ਕੋਲੇ ਇਮੀਡੀਏਟ ਹਜੇ ਟੋਟਲ ਕੈਲਕੂਲੇਸ਼ਨ ਨਹੀਂ ਹੋਈ, ਹਾਫ ਵੇ ਸਾਡੀ ਕੈਲਕੂਲੇਸ਼ਨ ਹੋ ਗਈ ਕਿ ਇਹ ਬੰਦਿਆਂ ਦਾ ਨੁਕਸਾਨ ਹੋਇਆ ਹੈ, ਕਿ ਉਹ ਬੰਦਿਆਂ ਨੂੰ ਇੱਕ ਯਕ ਮੁਸ਼ਤ ਆਪਾਂ ਜਿਹਨੂੰ ਕਹਿੰਦੇ ਹੁੰਦੇ ਆ ਕਿ ਇੱਕਦਮ ਜੇ ਆਪਾਂ ਨੂੰ ਲੱਗਦਾ ਹੈ ਕਿ ਇਹ ਜਿਹੜੇ ਬੰਦਿਆਂ ਦਾ ਅੰਦਾਜ਼ਾ ਹੈ ਕਿ ਇਹਦਾ 10,000, ਇਹਦਾ 15,000, ਇਹਦਾ 20,000 ਦਾ ਨੁਕਸਾਨ ਹੋਇਆ ਹੈ, ਕਿ ਉਹਨਾਂ ਨੂੰ ਅੱਧੀ ਅਮਾਊਂਟ ਇੱਕਦਮ ਦੇ ਦਿਓ ਅੰਦਾਜ਼ਨ। ਜਿਹੜਾ ਗੈਪ ਹੋਊਗਾ ਉਹ ਆਪਾਂ ਬਾਅਦ ਚ ਕੱਢ ਦਾਂਗੇ ਕਾਗਜ਼ਾਂ ਪੱਤਰਾਂ ਚ ਦੇਖ ਕੇ, ਫਿਰ ਵੀ ਕੁਝ ਹੋ ਸਕਦਾ ਹੈ। ਹੁਣ ਜਿਹੜੀ ਬਿਊਰੋਕ੍ਰੇਸੀ ਦੀ ਪ੍ਰੋਬਲਮ ਇਹ ਹੋਊਗੀ, ਮੰਨ ਲਓ ਇੱਕ ਕਿਸਾਨ ਦੀ ਗਿਰਦੌਰੀ ਤਾਂ ਜੇ ਹੋਈ ਨਹੀਂ, ਉਹਨੂੰ ਆਪਾਂ ਪੇਮੈਂਟ ਕਰਤੀ 50,000 ਰੁਪਈਆ, ਜਦੋਂ ਗਿਰਦੌਰੀ ਹੋ ਕੇ ਆਈ ਉਹਦਾ ਬਣਦਾ ਸੀ 30,000, ਕੀ ਉਹ 20,000 ਰਿਕਵਰ ਹੋ ਜਾਊਗਾ? ਮੁੜ ਕੇ ਇਹ ਜ਼ਿੰਮੇਵਾਰੀ ਉਸ ਅਫਸਰ ਦੀ ਫਿਕਸ ਹੋ ਜਾਣੀ ਹੈ ਜਿਹਨੇ ਉਹ ਪੈਸੇ ਦਿੱਤੇ ਨੇ। ਸਰਕਾਰ ਨੇ ਤਾਂ ਕਹਿਤਾ, ਤੇ ਜਦੋਂ ਉਹ ਪੈਸੇ ਦਿੱਤੇ ਗਏ ਫਿਰ ਇੱਕ ਖਬਰ ਆਊਗੀ ਕਿ ਜੀ ਇਹ ਘਪਲਾ ਹੋ ਗਿਆ, ਕਿ ਜੀ ਬਣਦੇ 30,000 ਸੀ, ਦੇ ਤਾਂ 50 ਦੇਤਾ। ਫਿਰ ਉਹ ਘਪਲੇ 'ਚ ਕੋਈ ਨਾ ਕੋਈ ਜਿਹੜੀ ਬਿਊਰੋਕ੍ਰੇਸੀ ਆ ਜਾਂ ਇੰਪਲੀਮੈਂਟਿੰਗ ਅਥਾਰਟੀ ਜਿਹਨੂੰ ਅਸੀਂ ਕਹਿੰਦੇ ਆ, ਉਹ ਫਸੂਗੀ। ਉਹਦਾ ਫਿਰ ਅਸੀਂ ਕੀ ਕਰਾਂਗੇ, ਕਿਵੇਂ ਹੋਊਗਾ? ਇਸ ਕਰਕੇ ਇਹਦੇ ਵਿੱਚ ਇਹ ਫੈਸਲਾ ਵੀ ਫਿਰ ਮੈਨੂੰ ਐਂ ਲੱਗਦਾ ਹੈ
ਕਿ ਇਹ ਫੈਸਲਾ ਵੀ ਕਾਲੀ ਵਿੱਚ ਲਿਆ ਹੋਇਆ ਲੱਗਦਾ ਹੈ। ਕਾਲੀ ਵਿੱਚ ਕਿਉਂ ਲਿਆ ਲੱਗਦਾ ਹੈ? ਕਿਉਂਕਿ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਸਾਡੇ ਤੇ ਪ੍ਰੈਸ਼ਰ ਆ ਰਹੇ ਨੇ, ਜਿਨ੍ਹਾਂ ਕਰਕੇ ਸਾਡੀ ਨੁਕਤਾਚੀਨੀ ਹੋ ਰਹੀ ਹੈ, ਕੁਛ ਤਾਂ ਉਹਨਾਂ ਕਰਕੇ ਹੋ ਰਹੀ ਹੈ ਜਿਹੜੇ ਫੈਸਲੇ ਇਹਨਾਂ ਨੇ ਕਿਹਾ ਸੀ ਕਿ ਇੱਕਦਮ ਕਰਾਂਗੇ, ਫਿਰ ਇਹਨਾਂ ਨੇ ਕਰਪਸ਼ਨ ਫਰੀ ਦਾ ਇੱਕਦਮ ਕਰ ਦਿੱਤਾ ਕਿ ਜੀ ਸਾਰਾ ਕਰਪਸ਼ਨ ਫਰੀ ਹੋ ਗਿਆ। ਹੁਣ ਉਹ ਕਰਪਸ਼ਨ ਫਰੀ ਹੈ ਜਿਹੜਾ, ਉਹ ਇਹਨਾਂ ਨੇ ਇੱਕ ਵੱਡਾ ਉਹਦਾ ਰੂਪ ਬਣਾ ਕੇ ਪੇਸ਼ ਕਰਤਾ ਕਿ ਅਸੀਂ ਕਰਪਸ਼ਨ ਦੇ ਪੂਰੇ ਅਗੇਂਸਟ ਹਾਂ। ਹੁਣ ਜਿਹੜੇ ਲੋਕੀ ਦੁਖੀ ਨੇ, ਉਹਨਾਂ ਨੇ ਆਪਣੇ ਪੁਰਾਣੇ 10-10 ਸਾਲਾਂ ਦੇ, 20 ਸਾਲਾਂ ਦੇ ਉਹ ਇਸ਼ੂ ਕੱਢ ਲਏ ਜੀ, ਇਹਨਾਂ ਦੇ ਵਿੱਚ ਕਰਪਸ਼ਨ ਹੋਈ ਹੈ ਜੀ। ਔਰ ਕਿਤੇ ਨਾ ਕਿਤੇ ਸ਼ੰਕਾ ਵੀ ਹੈ, ਸ਼ਾਇਦ ਹੋਈ ਵੀ ਹੈ, ਕਿਉਂਕਿ ਇਹਨਾਂ ਨੇ ਕਰਪਸ਼ਨ ਤੇ ਹਾਲੇ ਇਹ ਗੱਲ ਜਾਂ ਤਾਂ ਇਹ ਬੈਠ ਕੇ ਡਿਸਾਈਡ ਕਰਦੇ ਕਿ ਅਸੀਂ ਇਮੀਡੀਏਟ ਫੋਕਸ ਇਸ ਗੱਲ ਤੇ ਕਰਾਂਗੇ ਕਿ ਜਿਹੜੀ ਕਰਪਸ਼ਨ ਆਉਣ ਵਾਲੇ ਸਮੇਂ 'ਚ ਅੱਜ ਤੋਂ ਹੋਣੀ ਹੈ, ਅਸੀਂ ਉਹ ਰੋਕਣੀ ਹੈ ਇੱਕਦਮ। ਆਉਣ ਵਾਲੇ 5 ਮਹੀਨਿਆਂ 'ਚ ਅਸੀਂ ਪਲਾਨ ਬਣਾਵਾਂਗੇ ਕਿ ਜਿਹੜੇ ਕੋਈ ਵੱਡੇ ਘੁਟਾਲੇ ਹੋਏ ਨੇ ਅਸੀਂ ਉਹ ਰੋਕਾਂਗੇ। ਕਰਨਾ ਤਾਂ ਇਹ ਚਾਹੀਦਾ ਸੀ, ਉਹ ਇਹਨਾਂ ਤੋਂ ਹੋਇਆ ਨਹੀਂ। ਉਹਦੀ ਬਜਾਏ ਤਹਿਸੀਲਦਾਰਾਂ ਨੂੰ ਚਿੱਠੀ ਕੱਢਤੀ, ਉਹਨਾਂ ਨੂੰ ਚਿੱਠੀ ਕੱਢਤੀ, ਉਹ ਚਿੱਠੀਆਂ ਪੁੱਠੀਆਂ ਪੈ ਗਈਆਂ, ਅਫਸਰ ਕੁਛ ਉਦੋਂ ਤੇਜ਼ ਹੋ ਗਏ। ਐਡਮਿਨਿਸਟ੍ਰੇਸ਼ਨ ਦਾ ਸਿਸਟਮ ਇਹਨਾਂ ਨੇ ਹਾਲੇ ਠੀਕ ਨਹੀਂ ਕੀਤਾ। ਉਹ ਅਫਸਰ ਕੌਣ ਲਾਉਣੇ ਨੇ, ਕਿਵੇਂ ਲਾਉਣੇ ਨੇ, ਉਹ ਅਜੇ ਸਾਰੀਆਂ ਤਬਦੀਲੀਆਂ ਠੀਕ ਨਹੀਂ ਹੋਈਆਂ। ਮੰਤਰੀ ਕਿੰਨੇ ਬਣਾਉਣੇ ਨੇ, ਇਹ ਵੀ ਨਹੀਂ ਕਿ ਅਜੇ ਤੱਕ ਬਿਆਨ ਆਇਆ ਇਹਨਾਂ ਦਾ ਕਿ ਅਸੀਂ ਹਾਲ ਦੀ ਘੜੀ 10 ਨਾਲ ਹੀ ਕੰਮ ਚਲਾਉਣਾ ਹੈ। ਇਹ ਵੀ ਨਹੀਂ ਬਿਆਨ ਆਇਆ ਕਿ ਇਮੀਡੀਏਟ ਅਸੀਂ ਹੋਰ ਲੈਣੇ ਨੇ। ਜਿਹੜਾ ਊਠ ਦਾ ਬੁੱਲ ਲਮਕਾਇਆ ਹੋਇਆ ਉਹਦੇ ਵਿੱਚ MLA ਵੀ ਤੱਤੇ ਨੇ, ਉਹ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੇ ਨੇ ਕਿ ਸਾਡੀ ਵਾਰੀ ਲੱਗ ਜੇ, ਸਾਡੀ ਵਾਰੀ ਲੱਗ ਜੇ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਸਾਰੀਆਂ ਗੱਲਾਂ ਤੋਂ, ਜਿੱਥੇ ਇੱਕ ਪਾਸੇ ਵੋਟਰ ਦਾ ਪ੍ਰੈਸ਼ਰ ਹੈ, ਇੱਕ ਪਾਸੇ ਪਾਰਟੀ ਦੇ MLAs ਦਾ ਪ੍ਰੈਸ਼ਰ ਹੈ, ਦੱਬੀ ਸੁਰ 'ਚ ਭਾਵੇਂ ਉਹ, ਤੀਸਰੇ ਪਾਸੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦਾ ਪ੍ਰੈਸ਼ਰ ਹੈ ਜੀ। ਉਹ ਪ੍ਰੈਸ਼ਰ ਦੇ ਵਿੱਚ ਮੈਨੂੰ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਕਾਹਲੀ ਨਾਲ ਇਸ ਤਰ੍ਹਾਂ ਦੇ ਫੈਸਲੇ ਲੈ ਰਹੀ ਹੈ ਜਿਹੜੇ ਦੇਖਣ ਨੂੰ ਤਰਕਸੰਗਤ ਲੱਗਦੇ ਨੇ, ਪਰੰਤੂ ਪ੍ਰਕਿਰਿਆ ਪੂਰੀ ਕਰਕੇ ਨਹੀਂ ਲਏ ਜਾਂਦੇ। ਉਹ ਮੈਂ ਨਹੀਂ ਕਹਿੰਦਾ, ਫੈਸਲੇ ਬਹੁਤ ਅੱਛੇ ਨੇ, ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ, ਪਰ ਹਰ ਫੈਸਲੇ ਦੀ ਕੋਈ ਪ੍ਰਕਿਰਿਆ ਹੁੰਦੀ ਹੈ। ਜਦੋਂ ਆਪਾਂ ਉਹ ਪ੍ਰਕਿਰਿਆ ਪੂਰੀ ਨਹੀਂ ਕਰਦੇ, ਉਸੇ ਨੂੰ ਬੇਨਿਯਮੀਆਂ ਕਹਿੰਦੇ ਨੇ। ਬੇਨਿਯਮੀਆਂ ਦਾ ਮਤਲਬ ਇਹ ਹੁੰਦਾ ਹੈ ਕਿ ਨਿਯਮਾਂ ਅਨੁਸਾਰ ਪ੍ਰਕਿਰਿਆ ਪੂਰੀ ਕਰਨ ਉਪਰੰਤ ਨਾ ਲਿਆ ਗਿਆ ਫੈਸਲਾ। ਤਾਂ ਇਸ ਕਰਕੇ ਮੈਂ ਇਹ ਕਹਿਣਾ ਕਿ ਇਹ ਸਾਰਾ ਪ੍ਰੈਸ਼ਰ ਮੁੱਖ ਮੰਤਰੀ ਜੀ ਦੇ ਉੱਤੇ ਆ ਜਾਏਗਾ। ਔਰ ਮੁੱਖ ਮੰਤਰੀ ਜੀ ਦੇ ਜੇ ਇਹ ਪ੍ਰੈਸ਼ਰ ਆ ਗਿਆ, ਉਧਰੋਂ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਪਾਰਟੀ ਦੇ ਸੁਪਰੀਮੋ ਨੇ ਉਹ ਵੀ ਮੁੱਖ ਮੰਤਰੀ ਤੇ ਇਸ ਤਰ੍ਹਾਂ ਦਾ ਪ੍ਰੈਸ਼ਰ ਰੱਖਣਗੇ ਕਿ ਮੁੱਖ ਮੰਤਰੀ ਨੂੰ ਕਾਰਨਰ ਕਰਕੇ ਰੱਖਣ, ਤਾਂ ਕਿ ਮੁੱਖ ਮੰਤਰੀ ਇੰਨੇ ਓਵਰ ਪਾਵਰ ਨਾ ਹੋ ਜਾਣ ਜਿਹੜੀ ਉਹ ਉਹਨਾਂ ਨੂੰ ਅੱਖਾਂ ਦਿਖਾਉਣ ਦੇ ਯੋਗ ਰਹਿਣ। ਸੋ ਮੈਨੂੰ ਇਹ ਲੱਗਦਾ ਹੈ ਕਿ ਹਾਲ ਦੀ ਘੜੀ ਜਿਹੜੀ ਆਮ ਆਦਮੀ ਪਾਰਟੀ ਤੋਂ ਜਿਹੜੇ ਇਹ ਕਦਮ ਪੱਟੇ ਨੇ, ਇਹਨਾਂ ਦੀ ਦਿਸ਼ਾ ਤਾਂ ਠੀਕ ਹੈ, ਪਰ ਦਸ਼ਾ ਮੈਨੂੰ ਠੀਕ ਨਹੀਂ ਲੱਗਦੀ। ਮਤਲਬ ਉਹ ਸਥਿਤੀ 'ਚ ਕੁਛ ਪ੍ਰੋਬਲਮ ਲੱਗਦੀ ਹੈ। ਔਰ ਕਿਉਂਕਿ ਸਰਕਾਰ ਬਣੀ ਨੂੰ ਬਹੁਤ ਥੋੜਾ ਚਿਰ ਹੋਇਆ, ਇਸ ਕਰਕੇ ਆਪਾਂ ਅਜੇ ਵੀ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜੀ ਇਹ ਗੱਲਾਂ ਨੂੰ ਧਿਆਨ 'ਚ ਰੱਖ ਕੇ ਬਹੁਤ ਸੁਚੱਜੇ ਸਹਿਯੋਗ ਤਰੀਕੇ ਨਾਲ ਆਪਣੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਅੱਗੇ ਵਧਣਗੇ। ਹਾਲ ਦੀ ਘੜੀ ਮੈਨੂੰ ਲੱਗਦਾ ਸਾਨੂੰ ਇਹ ਆਸ ਕਰਨੀ ਚਾਹੀਦੀ ਹੈ ਜੀ। ਇਹ ਲੱਗਦਾ ਹੈ। ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ, ਤੁਹਾਡਾ ਧੰਨਵਾਦ। ਧੰਨਵਾਦ ਜੀ ਤੁਹਾਡਾ ਵੀ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਅਨੰਤ ਸਿੰਘ ਧਾਲੀਵਾਲ ਸਾਹਿਬ। ਤੁਸੀਂ ਆਮ ਆਦਮੀ ਪਾਰਟੀ ਦੇ ਜੋ ਕਾਰਜ ਨੇ, ਨਵੇਂ ਲਏ ਗਏ ਫੈਸਲੇ ਨੇ, ਉਹਨਾਂ ਤੇ ਗੱਲਬਾਤ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।